अस्सलाम वालेकुम नाजरीन, मैं गुलाम अब्बास शाह और अज मेरे नाल बड़े ही खास मेहमान जुड़े ने। अमरीका तो बड़े ही खास मेहमान डॉक्टर अमरजीत सिंह जी मेरे नाल जुड़े ने, जेड़े कि खालिस्तान मूवमेंट के कन्वीनर ने और बड़ा जानिया माना नाम ने। सिखा के उत्ते जिथे जिथे भी जुल्म होया, जिथे जिथे भी कोई सिखा के उत्ते हरफ आया, इन्होंने उन्होंने आवाज चकी। और ना सिर्फ सिखा की बल्कि जिथे जिथे ह्यूमन राइट्स की वायलेशन होंदी रही, ਉੱਥੇ ਉੱਥੇ ਇਹ ਸਾਹਮਣੇ ਆਏ ਤੇ ਇਹਨਾਂ ਨੇ ਬੜਾ ਤਕੜੇ ਅੰਦਾਜ਼ ਵਿੱਚ ਉਹਨਾਂ ਦੀ ਜਿਹੜੀ ਮਜ਼ਲੂਮਾਂ ਦੀ ਆਵਾਜ਼ ਸੀ ਉਹ ਤੱਕ ਪਹੁੰਚਾਈ। ਅੱਜ ਅਸਾਂ ਉਹਨਾਂ ਨੂੰ ਤਕਲੀਫ ਇਸ ਵਜ੍ਹਾ ਤੋਂ ਦਿੱਤੀ ਹੈ ਕਿ ਉਹਨਾਂ ਨਾਲ ਗੱਲ ਕਰਨ ਵਾਸਤੇ ਜਾ ਰਹੇ ਹਾਂ, ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਦਾ ਸਿੱਖਾਂ ਦਾ ਇੱਕ ਇਤਜਾਜ ਹੁੰਦਾ ਪਿਆ ਔਰ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਸੀ ਉਹਨਾਂ ਨੇ, ਤੇ ਉਸ ਹਵਾਲੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਤੇ ਉਸ ਦੇ ਨਾਲ ਨਾਲ ਇਹ ਸਿੱਖਾਂ ਦੀ ਤਹਿਰੀਕ ਨੂੰ ਅੱਗੇ चल के किवें वो वेखदे ने ते खालिस्तान मूवमेंट दा की फ्यूचर है, ये सारियां चीज़ां अज इन्हां नाल डिस्कस करांगे। ते एक इंतहाई अहम चीज़ अज मैं इन्हां कोल समझण दी कोशिश करांगा और वो ये है कि दिल्ली ते कलकत्ता तो जदों दिल्ली शिफ्ट होया सी अज तो 100 वरिया पहले कैपिटल, ते उदों ये कहा गया सी कि 100 साल दा एग्रीमेंट है, ईस्ट इंडिया कंपनी सी ते खालिस्तान दा क्लेम रहा है कि दिल्ली भी उन्हां दा अपना है, राजधानी है उन्हां दी। ਤੇ ਹੁਣ 100 ਸਾਲ ਵੀ ਪੂਰੇ ਹੋ ਚੁੱਕੇ ਨੇ, 100 ਵਰੇ ਵੀ ਪੂਰੇ ਹੋ ਚੁੱਕੇ ਨੇ, ਤੇ ਅੱਗੋਂ ਕੀ ਇਹਨਾਂ ਦਾ ਪਲੈਨਿੰਗ ਹੋਏਗੀ, ਇਹ ਸਾਰੀਆਂ ਚੀਜ਼ਾਂ ਤੇ ਗੱਲ ਕਰਾਂਗੇ। ਪਹਿਲੇ ਤਾਂ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਡਾਕਟਰ ਅਮਰਜੀਤ ਸਿੰਘ ਸਾਹਿਬ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁਆਇਨ ਕਰਨ ਦਾ। ਸਰ ਮੈਂ ਪਹਿਲਾ ਸਵਾਲ ਤੁਹਾਡੇ ਨਾਲ ਪਹਿਲੇ ਤੇ ਸਭ ਤੋਂ ਪਹਿਲੇ ਕਿਸਾਨਾਂ ਦੀ ਤਹਿਰੀਕ ਦੇ ਉੱਤੇ ਗੱਲ ਕਰਾਂਗਾ। ਅੱਜ 24 ਜਮਾਤਾਂ ਨੇ ਉਹਨਾਂ ਨੂੰ ਸਪੋਰਟ ਦਾ ਐਲਾਨ ਕੀਤਾ ਤੇ ਉੱਥੇ ਪਹੁੰਚੇ ਨੇ, ਔਰ ਅੱਜ ਭਾਰਤ ਬੰਦ ਦਾ ਜਿਹੜਾ ਐਲਾਨ ਹੋਇਆ ਸੀ, ਪੂਰਾ ਭਾਰਤ ਬੰਦ ਹੋ ਗਿਆ। ਉਹ ਕਿਸਾਨ ਜਿਹੜੇ 13 ਦਿਨਾਂ ਤੋਂ ਉੱਥੇ ਪ੍ਰੋਟੈਸਟ ਕਰਦੇ ਪਏ ਸਨ, ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਆਵਾਜ਼ ਜਿਹੜੀ ਆ ਸੁਣੀ ਵੀ ਜਾ ਰਹੀ ਹੈ ਤੇ ਦੁਨੀਆ ਉਹਦੇ ਤੇ ਰਿਐਕਟ ਵੀ ਕਰਦੀ ਪਈ ਹੈ। ਇਸ ਮੂਵਮੈਂਟ ਨੂੰ, ਇਸ ਤਹਿਰੀਕ ਨੂੰ ਤੁਸੀਂ ਕਿਵੇਂ ਵੇਖਦੇ ਜੇ ਸਰ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨਾਂ ਨੇ ਲਗਭਗ 3 ਮਹੀਨੇ ਪਹਿਲਾਂ ਜਿਹੜਾ ਇੱਕ ਫੁੱਲ ਫਲੈਜਡ ਸਟੈਂਡ ਲਿਆ ਕਿ ਤਿੰਨੋਂ ਹੀ ਜਿਹੜੇ ਖੇਤੀਬਾੜੀ ਕਾਨੂੰਨ ਨੇ ਇਹ ਕਿਸਾਨਾਂ ਦੇ ਖਿਲਾਫ ਨੇ, ਸਾਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਹੀ ਬੇਜ਼ਮੀਨੇ ਕਰ ਦੇਣਗੇ, ਅਸੀਂ ਬੌਂਡਡ ਲੇਬਰ ਜਾਂ ਮੁਜ਼ਾਹਰੇ ਬਣ ਜਾਾਂਗੇ ਜ਼ਮੀਨਾਂ 'ਚ, ਔਰ ਇਹਨਾਂ ਨੂੰ ਜਿਹੜਾ ਬਿਲਕੁਲ ਵਾਪਸ ਲਿਆ ਜਾਏ। ਸੋ 2 ਮਹੀਨੇ ਤਾਂ ਲਗਭਗ ਪੰਜਾਬ ਦੇ ਵਿੱਚ ਇਹ ਕਿਸਾਨ, ਜਿਨ੍ਹਾਂ ਦੇ ਵਿੱਚ 90% ਤੋਂ ਜ਼ਿਆਦਾ ਸਿੱਖ ਕਿਸਾਨ ਨੇ, ਇਹ ਰੇਲਵੇ ਟਰੈਕਾਂ ਤੇ ਬੈਠੇ ਰਹੇ, ਟੋਲ ਪਲਾਜ਼ਿਆਂ ਤੇ ਬੈਠੇ ਰਹੇ, ਹੋਰ ਵੀ ਉਹਨਾਂ ਨੇ ਆਪਣੇ ਵੱਲੋਂ ਜੋ ਕਰ ਸਕਦੇ ਸੀ ਉਹ ਕੀਤਾ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਫਿਰ ਤੁਸੀਂ ਜਿਵੇਂ ਦੱਸਿਆ ਹੀ ਹੈ ਕਿ ਕਿਵੇਂ ਉਹ ਹੁਣ ਦਿੱਲੀ ਦੇ ਵਿੱਚ ਪਹੁੰਚੇ, ਔਰ ਹਰਿਆਣੇ 'ਚ ਕੀ ਹੋਇਆ 8 ਬਾਰਡਰਸ ਦੇ ਵੀ ਬੀਤੇ ਦੀ ਹੁਣ ਇੱਕ ਹਿਸਟੋਰੀਕਲ ਵਾਕਿਆ ਬਣ ਗਿਆ ਕਿ ਕਿਵੇਂ ਉਹਨਾਂ ਨੇ ਡਿਫਾਈ ਕੀਤਾ ਔਰ ਉਹਨਾਂ ਰੋਕਾਂ ਨੂੰ ਤੋੜਿਆ। ਹੁਣ ਸਟਰੈਂਥ ਤਾਂ ਠੀਕ ਹੈ, ਅੱਜ ਭਾਰਤ ਬੰਦ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੀ ਕੁਝ ਸਟੇਟਾਂ ਦੇ ਵਿੱਚ ਮੁਕੰਮਲ ਕਾਮਯਾਬੀ ਹੋਈ ਹੈ, ਕੁਝ ਥਾਵਾਂ ਤੇ ਪਾਰਸ਼ਲ ਹੋਈ ਹੈ, ਦਾਅਵੇ ਕਾਊਂਟਰ ਦਾਅਵੇ ਹੋ ਰਹੇ ਨੇ। 31 ਜਾਂ 32 ਆਰਗੇਨਾਈਜੇਸ਼ਨਸ ਇਸ ਦਾ ਹਿੱਸਾ ਬਣੀਆਂ ਜਦੋਂ 2-3 ਦੌਰ ਗੱਲਬਾਤ ਦੇ ਚੱਲੇ ਨੇ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਮੇਰੇ ਮਨ 'ਚ ਇੱਕ ਗੱਲ ਸੀ ਕਿ ਵੀ ਜਿੱਥੇ ਸਿੱਖ ਪੰਜਾਬ ਨੇ ਆਪਣੀ ਸਟਰੈਂਥ ਦਿਖਾਈ ਹੈ, ਹਰਿਆਣੇ ਦੇ ਵੀ ਉਹ ਬੈਲਟ ਜਿੱਥੇ ਸਿੱਖ ਫਾਰਮਰ ਵਸੇ ਹੋਏ ਨੇ ਉਹ ਨਾਲ ਲੱਗੇ, ਇੱਕ ਵਾਰ ਹਕੂਮਤ ਦੀਆਂ ਚੂੜਾ ਹਿਲਾ ਦਿੱਤੀਆਂ ਨੇ। ਪਰ ਮੇਰੇ ਮਨ 'ਚ ਸੀ ਕਿ ਵਟ ਕੈਨ ਗੋ ਰੋਂਗ, ਕਿ ਇਹ ਚਾਣਕਿਆ ਦੇ ਪੁੱਤਰ ਐਸਾ ਕੀ ਕਰਨਗੇ ਕਿ ਇੰਨਾ ਵੱਡਾ ਜਿਹੜਾ ਇੱਕ ਮੂਵ, ਜਿਹਨੂੰ ਦੁਨੀਆ 'ਚ ਜਸਟਿਨ ਟਰੂਡੋ ਹੋਏ, 37-38 ਯੂਕੇ ਦੇ ਮੈਂਬਰ ਪਾਰਲੀਮੈਂਟ ਨੇ, ਹੁਣ US ਕਾਂਗਰਸਮੈਨਾਂ ਨੇ ਵੀ ਆਵਾਜ਼ ਚੁੱਕੀ ਹੈ ਕਿ ਔਰ ਦੁਨੀਆ ਭਰ 'ਚ ਡਾਇਸਪੋਰਾ ਸਿੱਖ ਔਰ ਪੰਜਾਬੀ, ਹੁਣ ਅਸੀਂ ਦੇਖ ਰਹੇ ਹਾਂ ਵੀ ਪਾਕਿਸਤਾਨ 'ਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਤੁਸੀਂ ਸੋਸ਼ਲ ਹੈਸ਼ਟੈਗ ਦੇਖਦੇ ਹੋ, ਤੇ ਕਿਉਂਕਿ ਬਹੁਤ ਸਾਰਿਆਂ ਦਾ ਸੰਬੰਧ ਹੀ ਜ਼ਮੀਨ ਨਾਲ ਹੈ, ਅਸੀਂ ਉਸ ਧਰਤੀ ਦੇ ਪੁੱਤਰ ਪੁੱਤਰੀ ਹਾਂ, ਸੋ ਉਹਨਾਂ ਨੇ ਹਮਾਇਤ ਦਿੱਤੀ। ਤੇ ਮੈਨੂੰ ਸੀ ਵੀ ਇਹ ਕੀ ਗਲਤ ਕਰ ਸਕਦੇ ਨੇ, ਤੇ ਇਸ ਗੱਲ ਦਾ ਧਿਆਨ ਰਿਹਾ ਕਿ ਚਾਣਕਿਆ ਨੀਤੀ ਦੇ 4 ਹਥਿਆਰ ਨੇ, ਸਾਮ ਦਾਮ ਦੰਡ ਭੇਦ। ਸਾਦਾ ਪੰਜਾਬੀ 'ਚ ਉਹਨੂੰ ਕਹਿੰਦੇ ਨੇ ਕਿ ਵੀ ਹਰ ਬੰਦੇ ਦੀ ਕੀਮਤ ਹੈ, ਉਹ ਕੀਮਤ ਨੂੰ ਤੁਸੀਂ ਜਾਣੋ ਤੇ ਉਹ ਪੇ ਕਰੋ ਤੇ ਉਹਨੂੰ ਖਰੀਦੋ। ਸਾਮ ਸ਼ਰਨ ਨੂੰ ਕਹਿੰਦੇ ਨੇ ਕਿ ਗਧੇ ਨੂੰ ਪਿਓ ਬਣਾਓ, ਦਾਮ ਕੀਮਤ ਨਾਲ ਖਰੀਦਣਾ, ਦੰਡ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਓ। ਜਿਵੇਂ ਹਰਿਆਣੇ 'ਚੋਂ ਜਿਹੜੇ ਲੰਘੇ ਕਿੰਨੇ ਕੇਸ ਉਹਨਾਂ ਦੇ ਉੱਤੇ ਪਾ ਦਿੱਤੇ ਨੇ, ਥਾਂ ਥਾਂ ਫੜੋ ਫੜੀ। ਭੇਦ ਹੈ ਆਪਸ 'ਚ ਵੰਡਣਾ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਕਈ ਵਾਰ ਅਸੀਂ ਅੰਗਰੇਜ਼ਾਂ ਨੂੰ ਕਹਿੰਦੇ ਹਾਂ ਜੀ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਨੀਤੀ ਦੇ ਥੱਲੇ ਸਬ ਕੰਟੀਨੈਂਟ ਬਰੇ ਸਗੀਰ ਦੇ ਉੱਤੇ ਰੂਲ ਕੀ, ਨਹੀਂ, ਇਹਦੇ ਪਿਓ ਤਾਂ ਇਹ ਚਾਣਕਿਆ ਨੇ, ਇਹ ਨੇ, ਇਹਨਾਂ ਨੇ ਪਹਿਲਾਂ ਕਾਸਟ ਸਿਸਟਮ ਬਣਾ ਕੇ ਵੰਡਿਆ, 4 ਜ਼ਾਤਾਂ ਬਣਾਈਆਂ। ਹੁਣ ਅੱਜ ਜੇ ਤੁਸੀਂ ਲੇਟੈਸਟ ਖਬਰ ਦੇਖੋ ਕਿ ਇੱਕਦਮ ਬੰਦ ਤੋਂ ਬਾਅਦ
ਅਮਿਤ ਸ਼ਾਹ ਨੇ ਲਗਭਗ 22-23 ਜਿਹੜੀਆਂ ਉਹਨਾਂ ਚੋਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਸੱਦ ਲਈ ਹੈ। ਹੁਣ ਉਹਨਾਂ ਦੇ ਵਿੱਚ ਅੱਗੇ ਕੌਣ ਨੇ? ਇੱਕ ਮਹਿੰਦਰ ਸਿੰਘ ਟਕੈਟ ਹੁੰਦਾ ਸੀ, ਭਾਰਤੀ ਕਿਸਾਨ ਯੂਨੀਅਨ ਉਹਨੇ ਬਣਾਈ ਸੀ, ਉਹਦਾ ਪੁੱਤਰ ਹੈ। ਔਰ ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਇਹਨਾਂ ਦਾ ਵੈਪਨ ਹੋਏਗਾ ਕਿ ਜੀ ਇਹ 31 ਚੋਂ ਜਿਹੜੇ ਆਲਰੇਡੀ ਉਹਨਾਂ ਨੇ ਆਪਣੇ ਇੱਕ ਦੋ ਮੋਰ ਵਾੜੇ ਹੋਏ ਸੀ। ਮੈਂ ਇਹ ਗੱਲ ਆਪਣੇ ਇੱਥੇ ਸ਼ੋਜ਼ ਦੇ ਵਿੱਚ ਵੀ ਕਹੀ ਸੀ ਕਿ ਬਈ ਇਹ ਗੱਲ ਠੀਕ ਨਹੀਂ ਹੋਣੀ ਅਲਟੀਮੇਟਲੀ। ਔਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਅਗਲੇ 24-48 ਘੰਟੇ 'ਚ ਇੱਕ ਡਿਵੀਜ਼ਨ ਦੇਖਾਂਗੇ। ਇੱਕ ਤਬਕਾ ਇਹਨਾਂ ਕਿਸਾਨ ਲੀਡਰਾਂ ਦਾ ਜਿਹੜਾ ਅਸੀਂ ਗਿਣਤੀ ਵਧਾਉਣ ਲਈ ਲਾ ਲਿਆ ਜੀ, ਯੂਪੀ ਵੀ ਆ ਜਾਏ, ਬਿਹਾਰ ਵੀ ਆ ਜਾਏ, ਫਲਾਣਾ ਵੀ ਹੋ ਜਾਏ, ਉਹ ਕਹਿਣਗੇ ਜੀ ਠੀਕ ਹੈ, ਇੰਨੀ ਜ਼ਿੱਦ ਕਾਹਨੂੰ ਕਰਨੀ ਹੈ, ਆੜੀ ਕਾਹਨੂੰ ਕਰਨੀ ਹੈ, ਅਮੈਂਡਮੈਂਟਸ ਹੁੰਦੀਆਂ ਨੇ ਥੋੜੀਆਂ ਬਹੁਤ, ਉਹਦੇ ਜਿਹੜੀਆਂ ਨੇ ਉਹ ਸੋਧਾਂ ਕਰ ਲਓ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹਦੇ 'ਚ ਦੁਨੀਆ ਬਿਲਕੁਲ ਠੀਕ ਹੈ, ਸਭ ਤੋਂ ਅਮੀਰ ਪਾਰਟੀ ਜੀ ਡਾਕਟਰ ਸਾਹਿਬ, ਤੁਹਾਨੂੰ ਇਹ ਲੱਗਦਾ ਹੈ ਕਿ ਇਹ ਹਾਈਜੈਕ ਕਰਨ ਦੀ ਮੋਦੀ ਸਰਕਾਰ ਨੇ ਇਹਨਾਂ ਨੂੰ ਹਾਈਜੈਕ ਕਰਨ ਵਾਸਤੇ ਆਪਣੇ ਬੰਦੇ ਵਿੱਚ ਵਾੜ ਦਿੱਤੇ ਨੇ। ਮੈਂ ਇੱਥੇ ਇੱਕ ਗੱਲ ਕਰਨਾ ਚਾਹਾਂਗਾ, ਤੁਸੀਂ ਮਾਸ਼ਾਅੱਲਾ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਗੱਲ ਹੋਈ ਹੈ ਤੁਸੀਂ ਇਹ ਆਵਾਜ਼ ਚੱਕੀ ਹੈ, ਮਜ਼ਲੂਮਾਂ ਦੇ ਹੱਕ 'ਚ ਬੋਲਦੇ ਰਹੇ ਜੇ। ਮੈਨੂੰ ਅੱਜ ਇਸ ਡਿਬੇਟ ਦੇ ਵਿੱਚ ਅਚਾਨਕ ਯਾਦ ਆ ਗਿਆ ਚੌਧਰੀ ਛੋਟੂ ਰਾਮ। ਜਦੋਂ ਸਾਂਝਾ ਪੰਜਾਬ ਹੁੰਦਾ ਸੀ ਤੇ ਇੱਕ ਬੜਾ ਵੱਡਾ ਨਾਮ ਸੀ, ਇੱਕ ਬੜਾ ਵੱਡਾ ਬੰਦਾ ਹੁੰਦਾ ਸੀ ਚੌਧਰੀ ਛੋਟੂ ਰਾਮ, ਜਿਹੜਾ ਹਮੇਸ਼ਾ ਹਾਰੀਆਂ ਕਿਸਾਨਾਂ ਦੇ ਨਾਲ ਖਲੋਂਦਾ ਹੁੰਦਾ ਸੀ। ਤੇ ਉਹਨੇ, ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਸਾਂਝੇ ਪੰਜਾਬ ਦੀ ਜਦੋਂ ਪ੍ਰਧਾਨੀ ਉਹਨੂੰ ਦਿੱਤੀ ਗਈ ਤੇ ਉਹਨੇ ਸ਼ੌਕਤ ਆਜ਼ਾਦ ਨੂੰ ਇਹ ਕਹਿ ਕੇ ਸੌਂਪ ਦਿੱਤੀ ਕਿ ਮੇਰੇ ਕੋਲ ਔਖਾ ਹੋਣਾ ਚਲਾਣਾ। ਤੇ ਉਹ ਬੰਦਾ ਜਿਹਨੇ ਅੱਜ ਉਹਦੀ ਉਸ ਬੰਦੇ ਦੀ ਜ਼ਮੀਨ ਦੇ ਉੱਤੇ ਉੱਥੇ ਜਿਹੜਾ ਕਿਸਾਨਾਂ ਦੇ ਵਾਸਤੇ ਗੱਲ ਕਰਦਾ ਹੁੰਦਾ ਸੀ, ਆਵਾਜ਼ ਚੁੱਕਦਾ ਹੁੰਦਾ ਸੀ, ਅੱਜ ਲੱਖੋਂ ਕਿਸਾਨ ਉੱਥੇ ਖੜੇ ਨੇ। ਮੈਂ ਅਮ੍ਰਿਤਾ ਪ੍ਰੀਤਮ ਜੀ ਤੋਂ ਮਾਜ਼ਰਤ ਦੇ ਨਾਲ, ਇੱਕ ਸਾਡੇ ਲੋਕਲ ਪੰਜਾਬੀ ਭਰਾ ਨੇ, ਉਹਨਾਂ ਨੇ ਅਮ੍ਰਿਤਾ ਪ੍ਰੀਤਮ ਜੀ ਦੀ ਸ਼ਾਇਰੀ ਸੀ ਅੱਜ ਅੱਖਾਂ ਵਾਰਿਸ ਸ਼ਾਹ ਨੂੰ, ਉਹਨੂੰ ਕੋ ਥੋੜਾ ਜਿਹਾ ਚੇਂਜ ਕਰਕੇ ਲਿਖਿਆ ਔਰ ਅੱਜ ਉਹ ਮੈਂ ਵੇਖਿਆ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ, ਉਸ ਤੋਂ ਬਾਅਦ ਤੁਹਾਡਾ ਜਵਾਬ ਦੇਣਾ। ਉਹ ਲਿਖਦੇ ਨੇ ਕਿ ਅੱਜ ਅੱਖਾਂ ਛੋਟੂ ਰਾਮ ਨੂੰ ਕਦੇ ਮੜੀਆਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਜਦ ਰੋਏ ਸੀ ਜੱਟ ਪੰਜਾਬ ਦੇ ਤੂੰ ਪੂਜ ਪੁੱਜੇ ਨੈਣ, ਅੱਜ ਲੱਖਾਂ ਜੱਟ ਰੋਂਦੇ ਤੈਨੂੰ ਛੋਟੂ ਰਾਮ ਨੂੰ ਕਹਿਣ। ਉੱਠ ਦਰਦਮੰਦਾਂ ਦੇ ਦਰਦਿਆ, ਉੱਠ ਤੱਕ ਆਪਣਾ ਪੰਜਾਬ, ਅੱਜ ਜ਼ਿੰਦਾ ਲਾਸ਼ਾਂ ਵਿਛੀਆਂ ਇਸ ਪੂਰੀ ਮੂਵਮੈਂਟ ਨੂੰ ਤੁਸੀਂ ਪਹਿਲੇ ਤੇ ਖਾਲਿਸਤਾਨ ਮੂਵਮੈਂਟ ਦੇ ਵੀ ਤੁਸੀਂ ਕਨਵੀਨਰ ਜੇ ਔਰ ਤੁਸੀਂ ਬੜਾ ਕੰਮ ਕਰ ਰਹੇ ਜੇ। 2020 ਰੈਫਰੈਂਡਮ 2020 ਕਰੋਨਾ ਦੀ ਵਜ੍ਹਾ ਤੋਂ ਜ਼ਦ ਚ ਆ ਗਿਆ। ਅੱਗੇ ਇਹ ਪੂਰੀ ਮੂਵਮੈਂਟ ਜਿਹੜੀ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਜੇ? ਕਿਆ ਕਿਸਾਨ ਹੁਣ ਜਾਗ ਗਿਆ ਹੈ ਔਰ ਖਾਸ ਕਰ ਕਿਆ ਸਿੱਖ ਹੁਣ ਜਾਗ ਗਿਆ ਔਰ ਉਹਨੂੰ ਪਤਾ ਹੈ ਕਿ ਉਹਨੇ ਆਪਣਾ ਹੱਕ ਕਿਵੇਂ ਲੈਣਾ ਹੈ? ਔਰ ਇਹਨੂੰ ਅਗਰ ਤੁਸੀਂ ਖਾਲਿਸਤਾਨ ਮੂਵਮੈਂਟ ਦੇ ਨਾਲ ਲਿੰਕ ਕਰੋ, ਕਿਉਂਕਿ ਇੰਡੀਆ 'ਚ ਵੇਖੋ ਤੇ ਉੱਥੇ ਸਰ ਪਹਿਲੇ ਦਿਨ ਹੀ ਜਿਹੜਾ 5 ਲੱਖ ਕਿਸਾਨ ਬੈਠਾ ਸੀ, ਉੱਥੇ ਸਿੱਖ ਬੈਠਾ ਸੀ, ਉਹਨਾਂ ਸਾਰਿਆਂ ਨੂੰ ਖਾਲਿਸਤਾਨੀ ਬਣਾਤਾ। ਉਹਨਾਂ ਨੇ ਪਹਿਲੇ ਦਿਨ ਹੀ ਕਹਿਤਾ ਕਿ ISI ਦੇ ਕਹਿਣ ਦੇ ਉੱਤੇ ਆਏ ਨੇ। ਹਾਲਾਂਕਿ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਕਿ ਅਗਰ 5 ਲੱਖ ਬੰਦੇ ISI ਆਪਣੀ ਕਹਿਣ ਦੇ ਉੱਤੇ ਦਿੱਲੀ ਭੇਜ ਦਿੰਦੀ ਹੈ ਤੇ ਫਿਰ ਮੋਦੀ ਉੱਥੇ ਕੀ ਅੰਬ ਲੈਣ ਵਾਸਤੇ ਬੈਠਾ ਹੈ? ਐਨੀਵੇ, ਤੇ ਇਹ ਸਾਰੀ ਮੂਵਮੈਂਟ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਜੇ ਇਹਨੂੰ ਲੈਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਅੱਗੇ ਤੋਂ ਲਾਇਅਮਲ ਕੀ ਹੋਏਗਾ? ਦੇਖੋ, ਪਹਿਲਾਂ ਤਾਂ ਤੁਸੀਂ ਬਿਲਕੁਲ ਠੀਕ ਸਰ ਛੋਟੂ ਰਾਮ ਨੂੰ ਯਾਦ ਕੀਤਾ, ਪਰ ਮੈਂ ਕਿਉਂਕਿ ਅਸੀਂ ਅੱਜ ਕਿਸਾਨੀ ਦੀ ਗੱਲ ਕਰ ਰਹੇ ਹਾਂ ਤੇ ਹਿਸਟਰੀ ਦਾ ਇੱਕ ਬਹੁਤ ਵੱਡਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ 1710 ਦੇ ਵਿੱਚ ਜਿਹੜਾ ਪਹਿਲਾ ਸਿੱਖ ਰਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਹੰਦ ਦੇ ਨੇੜੇ ਕਾਇਮ ਹੁੰਦਾ ਹੈ ਤੇ ਪਹਿਲੀ ਪ੍ਰੋਕਲੇਮੇਸ਼ਨ, ਪਹਿਲਾ ਆਰਡਰ ਉਸ ਖਾਲਸਾ ਰਾਜ ਦਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਇਹ ਇੱਕ ਪਹਿਲਾ ਦੁਨੀਆ 'ਚ ਫ੍ਰੈਂਚ ਰੈਵੋਲੂਸ਼ਨ 1783 'ਚ ਆਉਂਦਾ ਹੈ। ਉਸ ਤੋਂ ਬਹੁਤ ਪਹਿਲਾਂ ਦੁਨੀਆ ਦੇ ਇਤਿਹਾਸ ਸੀ ਕਿ ਮੁਜ਼ਾਹਰਿਆਂ ਨੂੰ ਜ਼ਿਮੀਂਦਾਰ ਬਣਾਉਣ ਦੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ। ਇਸ ਲਈ ਦਿੱਲੀ 'ਚ ਜਦੋਂ ਕਿਸਾਨ ਇਕੱਠੇ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋਈ। ਦੂਸਰਾ ਸਰ ਛੋਟੂ ਰਾਮ, ਇਹ ਸਾਡੇ ਸਾਂਝੇ ਪੰਜਾਬ ਦੀ ਹਿਸਟਰੀ ਦਾ ਬਹੁਤ ਵੱਡਾ ਨਾਇਕ ਹੈ। ਔਰ ਛੋਟੂ ਰਾਮ ਨੇ ਕੀ ਕੀਤਾ, ਕਿਉਂਕਿ ਇਹ ਸਰ ਸਿਕੰਦਰ ਹਯਾਤ ਖਾਨ ਜਦੋਂ ਪੰਜਾਬ ਦੇ ਚੀਫ ਮਿਨਿਸਟਰ ਸਨ ਤੇ ਇਹ ਮਿਨਿਸਟਰ ਸੀ, ਖੁਦ ਵੀ ਲਾਇਰ ਸੀ। ਔਰ ਛੋਟੂ ਰਾਮ ਨੇ ਆਪਣੇ ਪਿਓ ਨੂੰ ਆੜਤੀਆਂ ਦੇ ਸਾਹਮਣੇ, ਹਿੰਦੂ ਵਪਾਰੀਆਂ ਦੇ ਸਾਹਮਣੇ ਗਿੜਗੜਾਉਂਦੇ ਦੇਖਿਆ ਸੀ। ਆਪਣੇ ਫੈਲੋ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਕਿਵੇਂ ਉਹ ਪੁਸ਼ਤ ਦਰ ਪੁਸ਼ਤ ਸੂਦ ਦੇ ਉੱਤੇ ਸੂਦ ਪਾ ਕੇ ਲੈ ਲੈਂਦੇ ਸੀ। ਸੋ ਛੋਟੂ ਰਾਮ ਦਾ ਰਿਫਾਰਮ ਜਿਹੜਾ ਸੀ, ਉਹਦੀ ਵਨ ਲਾਈਨ ਜੇ ਕਹਿਣੀ ਹੋਏ ਇਹ ਸੀ ਕਿ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਜ਼ਮੀਨ ਨਹੀਂ ਲੈ ਸਕਦਾ।
ਉਹਦੇ ਨਾਲ ਜਿਹੜੇ ਸੂਦਖੋਰ ਬਾਣੀਆਂ ਨੂੰ ਇਹ ਹੱਕ ਸੀ ਕਿ ਜ਼ਮੀਨਦਾਰ ਆਮ ਕਿਸਾਨਾਂ ਦੀਆਂ ਜ਼ਮੀਨਾਂ ਲੈ ਲੈਂਦੇ ਸੀ, ਉਹ ਬਲੌਕ ਹੋ ਗਿਆ ਸੀ। ਔਰ ਛੋਟੂ ਰਾਮ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਇਹਨਾਂ ਨੇ ਵੱਡੇ ਹਿੰਦੂ ਅਮੀਰ ਬਾਣੀਆਂ ਨੇ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਛੋਟੂ ਰਾਮ ਸਾਡੇ ਸਾਂਝੇ ਪੰਜਾਬ ਦਾ ਬਹੁਤ ਵੱਡਾ ਕਰੈਕਟਰ ਹੈ। ਔਰ ਅੱਜ ਲੋਕ ਯਾਦ ਕਰ ਰਹੇ ਨੇ ਕਿ ਹੁਣ ਉਹੀ ਵਕਤ ਫੇਰ ਆ ਰਿਹਾ ਕਿ ਭਾਵੇਂ 2-2 2.5 ਏਕੜ ਜ਼ਮੀਨ ਹੈ ਉਹ ਕਿਸਾਨਾਂ ਤੋਂ ਖੋਹ ਕੇ ਅਡਾਨੀਆਂ ਤੇ ਅੰਬਾਨੀਆਂ ਦੇ ਹਵਾਲੇ ਕਰਨ ਦੀ ਲਾਈਨ ਹੈ। ਸੋ ਇਹ ਤਾਂ ਮੇਰਾ ਪਹਿਲਾ ਰਿਸਪੌਂਸ ਹੈ ਕਿ ਭਾਈ ਇਹ ਹਿਸਟਰੀ ਨੂੰ ਯਾਦ ਕਰਨਾ ਵੀ ਇੰਪੋਰਟੈਂਟ ਹੁੰਦਾ ਹੈ ਜਦੋਂ ਤਹਿਰੀਕਾਂ ਚੱਲਦੀਆਂ ਨੇ ਕਿ ਕੌਣ ਹੈ ਇਸ ਤਹਿਰੀਕ ਦਾ ਬਾਪੂ ਤੇ ਕਿੱਥੇ ਕੁ ਗੱਲ ਪਹੁੰਚੀ ਹੈ। ਹੁਣ ਖਾਲਿਸਤਾਨ ਦੀ ਤਹਿਰੀਕ ਦੀ ਗੱਲ ਕਰੀਏ, ਦੇਖੋ ਪੰਜਾਬ ਦੇ ਹਵਾਲੇ ਨਾਲ ਇੱਕ ਗੱਲ ਸਾਨੂੰ ਸਮਝਣੀ ਪਏਗੀ ਕਿ ਖਾਲਿਸਤਾਨ ਤੱਕ ਗੱਲ ਪਹੁੰਚੀ ਕਿਵੇਂ। 1947 ਦੀ ਜਦੋਂ ਨੈਗੋਸ਼ੀਏਸ਼ਨ ਸੀ ਟ੍ਰਾਂਸਫਰ ਆਫ ਪਾਵਰ ਦੀ, ਤੇ ਸਿੱਖ ਕੌਮ ਥਰਡ ਰਫੀਕ ਸੀ ਜਾਂ ਤੀਸਰੀ ਪਾਰਟਨਰ ਸੀ ਗੱਲਬਾਤ ਦੇ ਵਿੱਚ। ਮੁਸਲਮਾਨਾਂ ਨੇ ਮੁਸਲਿਮ ਲੀਗ ਕਾਇਦੇ ਆਜ਼ਮ ਦੇ ਥੱਲੇ ਪਾਕਿਸਤਾਨ ਦੀ ਵਜ਼ਾਹਤ ਕੀਤੀ, ਕਾਂਗਰਸ ਇੱਕ ਯੂਨਾਈਟਿਡ ਇੰਡੀਆ ਦੇ ਲਈ ਸੀ, ਔਰ ਸਿੱਖ ਨੁਮਾਇੰਦੇ ਜਿਨ੍ਹਾਂ ਦੇ ਕੋਲ ਆਪਸ਼ਨ ਸੀ ਕਿ ਉਹ ਆਜ਼ਾਦ ਮੁਲਕ ਵੀ ਲੈ ਸਕਦੇ ਸੀ, ਜਾਂ ਜਿਵੇਂ ਕਾਇਦੇ ਆਜ਼ਮ ਨੇ ਆਫਰ ਸਿੱਖ ਲੀਡਰਾਂ ਨੂੰ ਕੀਤੀ ਸੀ ਕਿ ਤੁਸੀਂ ਵਿੱਚ ਆ ਜਾਓ, ਆਟੋਨਮਸ ਪੰਜਾਬ, ਔਰ ਬਹੁਤ ਸਾਰੀਆਂ ਸ਼ਰਤਾਂ। ਹੁਣ ਵਕਤ ਨਹੀਂ ਹੈ ਇਸ ਦੇ ਉੱਤੇ ਫੋਕਸ ਕਰਨ ਦਾ, ਪਰ ਅਨਫੋਰਚੂਨੇਟਲੀ ਸਾਡੀ ਲੀਡਰਸ਼ਿਪ ਨੇ ਕਾਂਗਰਸੀ ਲੀਡਰਾਂ ਤੇ ਜ਼ਿਆਦਾ ਇਤਬਾਰ ਕੀਤਾ, ਨਾ ਅੰਗਰੇਜ਼ ਦੀ ਗੱਲ ਸੁਣੀ, ਨਾ ਕਾਇਦੇ ਆਜ਼ਮ ਦੀ ਸੁਣੀ, ਔਰ ਇਹਨਾਂ ਦੇ ਨਾਲ ਆਪਣੀ ਕਿਸਮਤ ਜੋੜ ਲਈ। ਔਰ ਇਹ ਤੁਸੀਂ ਦੇਖਦੇ ਹੋ ਕਿ 15 ਅਗਸਤ 1947 ਨੂੰ ਦੋਵੇਂ ਮੁਲਕ ਬਣਦੇ ਨੇ। 10 ਅਕਤੂਬਰ 1947 ਨੂੰ 2 ਮਹੀਨੇ ਤੋਂ ਵੀ ਘੱਟ ਟਾਈਮ ਦੇ ਵਿੱਚ ਪਹਿਲਾ ਸਰਕੂਲਰ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਵੱਲੋਂ, ਜਦੋਂ ਨਹਿਰੂ ਪ੍ਰਧਾਨ ਮੰਤਰੀ ਹੈ, ਪਟੇਲ ਹੋਮ ਮਿਨਿਸਟਰ ਹੈ, ਔਰ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ, ਕਿਉਂਕਿ 32 ਜ਼ਿਲ੍ਹੇ ਸਨ ਪੰਜਾਬ ਦੇ, 19 ਜਿਹੜੇ ਨੇ ਉਹ ਇੱਧਰ ਚਲੇ ਗਏ ਲਹਿੰਦੇ ਪੰਜਾਬ ਚ, 13 ਇੱਧਰ ਬਣੇ, ਔਰ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਸਰਕੂਲਰ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਮੰਨਣ ਵਾਲੇ ਮੁਸਲਮਾਨਾਂ ਦੇ ਹਿੰਦੂਆਂ ਦੇ ਲਈ ਵੱਡਾ ਖਤਰਾ ਨੇ। ਅੱਗੇ ਸੀ ਕਿ ਇਹਨਾਂ ਤੇ ਅੱਖ ਰੱਖੀ ਜਾਏ। ਇੱਥੋਂ ਸਾਡਾ ਸਫ਼ਰ ਸ਼ੁਰੂ ਹੁੰਦਾ ਹੈ। ਕਨਸਟੀਟਿਊਸ਼ਨ 1950 ਚ ਬਣਦਾ ਹੈ। ਸਿੱਖਾਂ ਨੂੰ ਉਹਨਾਂ ਦੇ ਧਰਮ ਦੇ ਮਜ਼ਹਬ ਦੀ ਉਹਨਾਂ ਦੀ ਜਿਹੜੀ ਹੋਂਦ ਵੀ ਮਿਟਾ ਦਿੱਤੀ ਜਾਂਦੀ ਹੈ। ਉਹਨੂੰ ਹਿੰਦੂ ਕਲੌਜ਼ ਦੇ ਥੱਲੇ ਆਰਟੀਕਲ 25B ਉਹਨਾਂ ਨੂੰ ਹਿੰਦੂ ਗਰਦਾਨਦਾ ਹੈ। ਫਿਰ ਅੱਜ ਅਸੀਂ ਖੂਬਸੂਰਤ ਆਪਣੀ ਮਾਂ ਬੋਲੀ 'ਚ ਗੱਲਬਾਤ ਕਰ ਰਹੇ ਹਾਂ ਪੰਜਾਬੀ ਜ਼ਬਾਨ 'ਚ, ਪਰ ਇਸ ਪੰਜਾਬੀ ਤੱਕ ਈਸਟ ਪੰਜਾਬ ਨੂੰ ਪਹੁੰਚ ਕੇ ਸੂਬਾ ਬਣਾਉਣ ਲਈ 1950 ਤੋਂ 1966 ਤੱਕ 16 ਸਾਲ ਸਟਰਗਲ ਕਰਨੀ ਪੈਂਦੀ ਹੈ। 60,000 ਬੰਦਾ ਜੇਲ੍ਹਾਂ 'ਚ ਜਾਂਦਾ ਹੈ। ਜਵਾਬ ਇਹ ਮਿਲਦਾ ਸੀ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਕਿ ਇਹ ਐਵੇਂ ਅਨਪੜ੍ਹ ਜਾਹਲ ਲੋਕਾਂ ਦੀ ਜ਼ਬਾਨ ਹੈ, ਇਹਦੇ ਤੇ ਸੂਬਾ ਕਿਵੇਂ ਬਣ ਸਕਦਾ ਜਦੋਂ ਕਿ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ। ਸੋ ਜੇ 1966 ਚ ਬਣਾਉਂਦੇ ਹੀ ਨੇ ਪੰਜਾਬੀ ਸੂਬਾ, ਹਰਿਆਣਾ ਵੱਖ ਕਰ ਦਿੰਦੇ ਨੇ, ਹਿਮਾਚਲ ਵਿੱਚੋਂ ਕੱਢ ਦਿੰਦੇ ਨੇ, ਚੰਡੀਗੜ੍ਹ ਪਾਸੇ ਕਰ ਦਿੰਦੇ ਨੇ। ਔਰ ਸਭ ਤੋਂ ਵੱਡੀ ਗੱਲ, ਕਿਉਂਕਿ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ, ਖੇਤੀ ਪਾਣੀ ਦੇ ਨਾਲ ਹੈ। ਸਾਡੀ ਧਰਤੀ ਦਾ ਨਾਂ 5 ਆਬ ਹੈ ਕਿ ਜਿੱਥੇ 5 ਪਾਣੀ ਨੇ, ਔਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਖੋਹ ਕੇ ਰਾਜਸਥਾਨ ਤੇ ਹਰਿਆਣਾ, ਜਿਨ੍ਹਾਂ ਨਾਲ ਸਤਲੁਜ, ਬਿਆਸ, ਰਾਵੀ ਟੱਚ ਵੀ ਨਹੀਂ ਕਰਦੇ, ਜਿਹਨੂੰ ਨੌਨ ਰਾਈਪੇਰੀਅਨ ਕਹਿੰਦੇ ਨੇ ਇੰਟਰਨੈਸ਼ਨਲ ਲੈਂਗੁਏਜ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ, ਦੇ ਦਿੱਤਾ ਜਾਂਦਾ। ਸੋ ਦੂਸਰੀ ਸਟਰਗਲ ਉੱਥੋਂ ਸ਼ੁਰੂ ਹੁੰਦੀ ਹੈ ਕਿ ਸਾਡੇ ਪਾਣੀਆਂ ਨੂੰ ਵਾਪਸ ਕਰੋ। ਔਰ ਜਿਹੜਾ ਧਰਮ ਯੁੱਧ ਮੋਰਚਾ ਜਿਹੜਾ ਐਂਡ ਹੁੰਦਾ ਹੈ ਜੂਨ 84 ਦੇ ਪਹਿਲੇ ਹਫਤੇ, ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ, ਤੇ ਉਦੋਂ ਜਿਹੜੀ ਮੇਨ ਮੰਗ ਸੀ ਉਹ ਪਾਣੀਆਂ ਦਾ ਰਾਈਟ ਸੀ। ਸੋ ਹੁਣ ਤਾਂ 84 ਤੋਂ ਬਾਅਦ ਤੁਸੀਂ 36 ਸਾਲ ਬਾਅਦ ਦੇਖਦੇ ਹੋ ਵੀ ਅੱਜ ਇਸ ਲੈਵਲ ਤੇ ਅਸੀਂ ਆ ਗਏ ਕਿ ਗਰੀਬ ਪਹਿਲਾਂ ਹੀ ਬਣਾਇਆ ਸੀ, ਪਾਣੀ ਸਾਡਾ ਖੋਇਆ ਹੋਇਆ ਸੀ, ਡਿਸਕ੍ਰਿਮੀਨੇਸ਼ਨ ਹਰ ਲੈਵਲ ਤੇ ਸੀ। ਜਿਹੜੇ ਫੌਜ 'ਚ ਭਰਤੀ ਕਿਸੇ ਵੇਲੇ 12-14% ਸੀ, ਹੁਣ 4-5% ਤੇ ਲੈ ਆਂਦੀ ਹੈ ਇਹਨਾਂ ਨੇ ਕਿ ਭਾਈ ਇਹਨਾਂ ਨੂੰ ਫੌਜ ਦੇ ਵਿੱਚ ਵੀ ਮਰਨ ਲਈ ਵੀ ਨਹੀਂ ਚਾਹੀਦੇ। ਤੋ ਇਸ ਲਈ ਬੇਸ਼ੱਕ ਜਦੋਂ ਅਸੀਂ ਖਾਲਿਸਤਾਨ ਦਾ ਮੁਤਾਲਬਾ ਜੂਨ 84 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇਹ ਇਵੇਂ ਹੀ ਹੈ ਕਿ ਜੇ ਮੱਕਾ ਮੁਕੱਦਸ ਦੇ ਉੱਤੇ ਕੋਈ ਫੌਜ ਚਾੜ ਦੇ ਤੇ ਕੋਈ ਮੁਸਲਮਾਨ ਫਿਰ ਉਸ ਰਜੀਮ ਨਾਲ ਕੰਪਰੋਮਾਈਜ਼ ਨਹੀਂ ਕਰੇਗਾ ਜਿਹਨੇ ਕਿਸੇ ਦੇ ਇਸ ਲੈਵਲ ਦੀ ਕਰਤੂਤ ਕੀਤੀ ਹੈ। ਸੋ ਅਸੀਂ ਤਾਂ ਜੂਨ 84 ਤੋਂ ਬਾਅਦ ਹੀ ਇਹ ਡਿਕਲੇਅਰ ਕਰ ਦਿੱਤਾ ਸੀ ਕਿ ਨੋ ਮੋਰ ਵਿਦ ਇੰਡੀਅਨ ਸਟੇਟ, ਔਰ ਖਾਲਿਸਤਾਨ ਸਾਡਾ ਜਿਹੜਾ ਹੈ, ਔਰ ਇਹਦੇ ਲਈ ਬਰਾਬਰ
ਸਰਬੱਤ ਖਾਲਸਾ ਅਕਾਲ ਤਖਤ ਤੇ ਹੋਇਆ 26 ਜਨਵਰੀ 1986 ਨੂੰ, 29 ਅਪ੍ਰੈਲ 1986 ਨੂੰ ਡੈਕਲੇਰੇਸ਼ਨ ਹੋਈ ਖਾਲਿਸਤਾਨ ਦੀ। ਹੁਣ ਇਹਨਾਂ 36 ਸਾਲਾਂ 'ਚ ਬਹੁਤ ਸਾਰਾ ਸਫ਼ਰ ਅਸੀਂ ਤੈਅ ਕਰ ਲਿਆ। ਅੱਛਾ ਡਾਕਟਰ ਸਾਹਿਬ ਇੱਥੇ ਮੈਂ ਇੱਕ ਇਹ ਤੁਸੀਂ ਇਹ ਬੜਾ ਸਫ਼ਰ ਤੁਸੀਂ ਦੱਸਿਆ, ਇਹ ਬੜਾ ਲੰਬਾ ਬਾਰੇ ਜਿਹੜਾ ਤੁਸੀਂ ਵੇਟ ਕੀਤਾ, ਸਫ਼ਰ ਤੈਅ ਕੀਤਾ। ਹੁਣ ਇੱਕ ਤੇ ਤੁਸੀਂ ਕਾਇਦੇ ਆਜ਼ਮ ਦੀ ਗੱਲ ਕੀਤੀ, ਅੱਜ ਤੁਸੀਂ ਕੀ ਸਮਝਦੇ ਜੇ ਕਿ ਕਾਇਦੇ ਆਜ਼ਮ ਜਿਹੜੇ ਨੇ ਉਸ ਟਾਈਮ ਠੀਕ ਸਨ ਔਰ ਕਾਇਦੇ ਆਜ਼ਮ ਦੀ ਸੋਚ ਠੀਕ ਸੀ ਜਿਹੜੀ ਉਹਨਾਂ ਨੇ ਇੱਕ ਅਲੱਗ ਦੇਸ਼ ਦਾ ਮੁਤਾਲਬਾ ਉਦੋਂ ਕੀਤਾ? ਔਰ ਦੂਸਰੀ ਗੱਲ, ਕਾਇਦੇ ਆਜ਼ਮ ਦੀ ਸਿਆਸਤ ਨੂੰ ਅਗਰ ਤੁਸੀਂ ਕੰਪੇਅਰ ਕਰੋ ਇੰਡੀਅਨ ਪੋਲੀਟੀਸ਼ੀਅਨਸ ਉਸ ਟਾਈਮ ਨਹਿਰੂ ਸਨ, ਗਾਂਧੀ ਸਨ, ਉਹਨਾਂ ਦੇ ਕੌਣ ਤੁਹਾਨੂੰ ਉਸ ਟਾਈਮ ਠੀਕ ਸਾਈਡ ਦੇ ਉੱਤੇ ਲੱਗਦਾ ਹੈ? ਇਹਦਾ ਮੁਖਤਸਰਨ ਕਮੈਂਟ ਦਿਓ ਤਾਂ ਕਿ ਮੈਂ ਅਗਲੇ ਸਵਾਲ ਵੱਲ ਫਿਰ ਜਾਵਾਂ। ਦੇਖੋ, ਜੇ ਮੈਂ ਕੋਈ ਕਮੈਂਟ ਦਿੱਤਾ ਆਪਣਾ ਪਹਿਲਾ ਵਿਊ ਤਾਂ ਫਿਰ ਹੋਏਗਾ ਸ਼ਾਇਦ ਮੈਂ ਬਾਇਸਡ ਹੈ ਕਿਉਂਕਿ ਅਸੀਂ ਆਪਣੀ ਇੱਕ ਅਲੱਗ ਤਹਿਰੀਕ ਚਲਾ ਰਹੇ ਹਾਂ। ਲੇਕਿਨ ਤੁਸੀਂ ਇਹਨਾਂ ਦਾ ਮਿਨਿਸਟਰ ਜਸਵੰਤ ਸਿੰਘ ਜਿਹਨੇ ਕਿਤਾਬ ਲਿਖੀ, ਫੋਰਨ ਮਿਨਿਸਟਰ ਸੀ ਵਾਜਪਾਈ ਗਵਰਨਮੈਂਟ ਦਾ, ਉਹਨੇ ਕਾਇਦੇ ਆਜ਼ਮ ਬਾਰੇ ਕੀ ਕਿਹਾ? LK ਅਡਵਾਨੀ ਜਿਹਦੀ ਅਗਵਾਈ 'ਚ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ, ਉਹਨੇ ਕਾਇਦੇ ਆਜ਼ਮ ਨੂੰ ਕਿਵੇਂ ਮੋਸਟ ਓਨੈਸਟ ਐਂਡ ਸੈਕੂਲਰ ਲੀਡਰ ਕਿਹਾ। ਸੋ ਮੈਂ ਸਮਝਦਾ ਹਾਂ ਵੀ ਕਾਇਦੇ ਆਜ਼ਮ ਆਪਣੀ ਉਸ ਪਹਿਲੇ ਪੀਰੀਅਡ 'ਚੋਂ ਕਾਂਗਰਸ ਨਾਲ ਜੁੜੇ ਹੋਏ ਸੀ, ਉਹ ਇਮਾਨਦਾਰੀ ਨਾਲ ਸੈਕੂਲਰ ਸੀ। ਉਹਨਾਂ ਨੇ ਹਰ ਢੰਗ ਤਰੀਕਾ ਦੇ ਨਾਲ ਦੇਖਿਆ ਕਿ ਅਸੀਂ ਇਕੱਠੇ ਰਹਿ ਸਕੀਏ। ਪਰ ਜਦੋਂ ਉਹਨਾਂ ਨੇ ਉਹ ਹੀ ਵਾਸ ਵੈਰੀ ਇੰਟੈਲੀਜੈਂਟ ਬ੍ਰਿਲੀਅੰਟ ਮੈਨ ਐਜ਼ ਵੈਲ। ਸੋ ਉਹਨਾਂ ਨੇ ਗਾਂਧੀ ਔਰ ਨਹਿਰੂ ਦੇ ਕਰੀਬ ਹੋ ਕੇ ਦੇਖਿਆ ਕਿ ਵੀ ਇਹ ਤਾਂ ਸੈਕੂਲਰਿਜ਼ਮ ਦਾ ਇਹਨਾਂ ਨੇ ਲਬਾਦਾ ਪਾਇਆ ਹੋਇਆ ਹੈ, ਇਹਨਾਂ ਦੇ ਅੰਦਰ ਤਾਂ ਸ਼ੁੱਧ ਬਨਾਰਸੀ ਹਿੰਦੂ ਹੈ। ਔਰ 1937 ਦੇ ਵਿੱਚ ਜਦੋਂ ਪਹਿਲੀਆਂ ਇਲੈਕਸ਼ਨਾਂ ਹੋਈਆਂ ਸਾਰੇ ਪ੍ਰੋਵਿੰਸਿਸ 'ਚ ਮੁਸਲਿਮ ਲੀਗ ਨੂੰ ਸੀਟਾਂ ਨਹੀਂ ਸੀ ਮਿਲੀਆਂ, ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ। ਔਰ ਜੋ ਸਲੂਕ ਉਦੋਂ ਉਹਨਾਂ ਨੇ ਜਿੱਦਾਂ ਦੇ ਕਾਨੂੰਨ ਲਿਆਂਦੇ, ਉਹਨਾਂ ਨੇ ਕਿਹਾ ਅਜੇ ਤਾਂ ਅੰਗਰੇਜ਼ ਇੱਥੇ ਬੈਠਾ ਹੈ ਤੇ ਇਹ ਹਾਲ ਹੈ, ਜੇ ਇਹਨਾਂ ਦੇ ਹੱਥ ਅਕਸਰੀਅਤ ਆ ਗਈ ਇਹ ਤਾਂ। ਔਰ ਅੱਜ ਦੇਖ ਲਓ ਹਾਲ 200 ਮਿਲੀਅਨ ਮੁਸਲਮਾਨਾਂ ਦਾ ਕੀ ਹੈ। ਬਿਲਕੁਲ ਠੀਕ ਹੈ, ਫੇਅਰ ਇਨਫ ਤੁਸੀਂ ਬੜਾ ਚੰਗਾ ਤਜਜ਼ੀਆ ਕਰ ਦਿੱਤਾ, ਬੜਾ ਅੱਛਾ ਐਨਾਲਿਸਟ ਤੁਸੀਂ ਐਨਾਲਾਈਜ਼ ਕਰ ਦਿੱਤਾ ਸਾਰੀ ਸਿਚੁਏਸ਼ਨ ਨੂੰ। ਡਾਕਟਰ ਸਾਹਿਬ ਬਿਲਕੁਲ ਉਹ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਤੁਸੀਂ ਕਹੋਗੇ ਇੰਡੀਆ ਵਾਲੇ ਤੇ ਤੁਹਾਨੂੰ ਵੈਸੇ ਵੀ ਬਾਇਸਡ ਹੀ ਕਹਿਣਗੇ ਸਰ, ਕਿਉਂਕਿ ਉੱਥੇ ਤੇ ਤੁਹਾਨੂੰ ਤੁਹਾਡੇ ਮੁਹੱਬਤ ਕਰਨ ਵਾਲੇ ਪਿਆਰ ਕਰਨ ਵਾਲੇ ਮੇਰੇ ਕੋਲ ਵਾਧੂ ਨੇ ਸਰਕਾਰ ਵਿੱਚ। ਮੈਂ ਸਰਕਾਰ ਦੀ ਗੱਲ ਕਰਦਾ ਪਿਆ, ਖਾਸ ਕਰ BJP ਦੀ ਗੱਲ ਕਰਦਾ ਪਿਆ ਤੇ। ਲੇਕਿਨ ਮੈਂ ਹੁਣ ਇੱਕ ਚੀਜ਼ ਪੁੱਛਣਾ ਚਾਹੁੰਦਾ, ਇੱਕ ਸਵਾਲ ਇਹ ਪੈਦਾ ਹੁੰਦਾ ਹੈ ਸਰ ਕਿ ਦਿੱਲੀ ਦੀ ਜਿੱਥੇ ਤੱਕ ਗੱਲ ਕੀਤੀ ਜਾਂਦੀ, 100 ਵਰ੍ਹਿਆਂ ਪਹਿਲੇ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ ਤੇ ਦਿੱਲੀ ਕਲਕੱਤੇ ਤੋਂ ਦਿੱਲੀ ਸ਼ਿਫਟ ਕੀਤਾ ਗਿਆ ਸੀ ਹੈਡਕੁਆਟਰ। 100 ਵਰ੍ਹੇ ਹੋ ਗਏ, ਇਹ ਕਿਹਾ ਗਿਆ ਸੀ ਉਦੋਂ ਕਿ 100 ਵਰ੍ਹਿਆਂ ਬਾਅਦ ਇਹਨੂੰ ਵਾਪਸ ਖਾਲਿਸਤਾਨ। ਤੁਹਾਡਾ ਕਲੇਮ ਇਹ ਬੰਦਾ ਹੈ ਕਿ ਦਿੱਲੀ ਵੀ ਤੁਹਾਡਾ ਨਾਲ ਹੈਗਾ। ਅਗਰ ਇਹ ਪੂਰੀ ਸਿਨੈਰੀਓ ਨੂੰ ਵੇਖਿਆ ਜਾਵੇ ਤੇ ਖਾਲਿਸਤਾਨ ਵਾਸਤੇ ਤੁਹਾਡਾ ਕੈਪੀਟਲ ਕੀ? ਅਗਰ ਤੁਸੀਂ ਇਹ ਮੂਵਮੈਂਟ ਵਿੱਚ ਕਾਮਯਾਬ ਹੋ ਜਾਂਦੇ ਤੇ ਦਿੱਲੀ ਤੁਹਾਡਾ ਕੈਪੀਟਲ ਹੋਏਗਾ ਜਾਂ ਪੰਜਾਬ ਹੋਏਗਾ? ਕਿ ਇਹ ਮੈਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਦੇਖੋ, ਵੈਸੇ ਪਹਿਲਾਂ ਤਾਂ ਇਹ ਵੀ ਅੱਜ ਕੱਲ ਇੱਕ ਚੰਗਾ ਸ਼ੌਕ ਬਣ ਗਿਆ ਹੁਣ, ਜਿਵੇਂ ਕਈਆਂ ਦਾ ਕਹਿਣਾ ਸੀ ਜੀ ਕਿ ਈਸਟ ਇੰਡੀਆ ਕੰਪਨੀ ਨਾਲ ਕੰਟਰੈਕਟ ਕੀਤਾ ਇੰਡੀਆ ਨੇ, ਇੰਨੇ ਸਾਲ ਦੀ ਆਜ਼ਾਦੀ ਦਾ ਫਿਰ ਵਾਪਸ ਲੈ ਲੈਣਗੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਜਿੱਥੇ ਨਵੀਂ ਦਿੱਲੀ ਬਣਾਇਆ, ਜਿਹਨੂੰ ਲੂਟਨਸ ਦਿੱਲੀ ਕਹਿੰਦੇ ਨੇ, ਇਹ ਉਹ ਥਾਂ ਸੀ। ਇਹ ਰਾਏ ਸੀਨਾ ਨਾਂ ਦਾ ਇੱਥੇ ਇਲਾਕਾ ਜਿਹੜਾ ਕਿ ਗਰੀਬ ਸਿੱਖ ਪਹਿਲਾਂ ਰਹਿੰਦੇ ਸੀ, ਰਕਾਬ ਘੋੜਿਆਂ ਦੀਆਂ ਰਕਾਬਾਂ ਬਣਾਉਣ ਵਾਲੇ। ਪਰ ਬਾਅਦ ਦੇ ਵਿੱਚ ਮਹਾਰਾਜਾ ਫਰੀਦਕੋਟ ਨਾਭਾ ਦੇ ਰਾਹੀਂ ਇਹ ਸਾਰੀ ਜ਼ਮੀਨ ਜਿਹੜੀ ਹੈ ਜਿੱਥੇ ਅੱਜ ਪਾਰਲੀਮੈਂਟ ਹਾਊਸ, ਵਾਇਸਰਾਏ ਜਿਹਨੂੰ ਰੀਗਲ ਹਾਊਸ ਕਹਿੰਦੇ ਸੀ, ਇਹ ਗੁਰਦੁਆਰਾ ਰਕਾਬਗੰਜ ਔਰ ਗੁਰਦੁਆਰਾ ਬੰਗਲਾ ਸਾਹਿਬ ਦੀ ਮਲਕੀਅਤ ਸੀ। ਸੋ ਜ਼ਾਹਰ ਹੈ ਕਿ ਇਹ ਜਿਹੜੀ ਹੈ ਉਹਨਾਂ ਤੋਂ ਹੀ ਲਈ ਗਈ। ਪਰ ਉਹਦੇ ਇਵਜ਼ ਦੇ ਵਿੱਚ ਉਸ ਵੇਲੇ ਬ੍ਰਿਟਿਸ਼ ਹਕੂਮਤ ਨੇ ਲਹਿੰਦੇ ਪੰਜਾਬ ਦੇ ਕਿਸੇ ਇਲਾਕੇ 'ਚ ਬਰਾਬਰ ਜ਼ਮੀਨ ਵੀ ਦਿੱਤੀ ਸੀ। ਇਸ ਕਿਸਮ ਦੀ ਡੀਲ ਸੀ। ਸੋ ਮੈਂ ਸਮਝਦਾ ਵੀ ਉਹਨਾਂ ਗੱਲਾਂ ਨੂੰ 100 ਸਾਲ ਚਲੇ ਗਏ, ਅੰਗਰੇਜ਼ ਵੀ ਗਏ, ਦੂਜੇ ਵੀ, ਉਹਦੀ ਅਹਿਮੀਅਤ ਨਹੀਂ ਹੈ। ਪਰ ਮੈਂ ਦੂਸਰਾ ਸੈਗਮੈਂਟ ਜਿਹੜਾ ਹੈ, ਦੂਸਰਾ ਤੁਹਾਡਾ ਸਵਾਲ ਜਿਹੜਾ ਹੈ, ਮੈਂ ਹਮੇਸ਼ਾ ਜਦੋਂ ਖਾਲਿਸਤਾਨ ਦਾ ਬਾਰਡਰ ਡਿਸਕ੍ਰਾਈਬ ਕਰਦਾ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ, ਇਹਦਾ ਕਾਰਨ ਹੈ ਕਿ ਇਹ ਸਾਡਾ ਨੈਚੁਰਲ ਵੀ, ਇੱਕ ਤਾਂ ਤੁਸੀਂ ਇਹ ਹਿਸਟੋਰੀਕਲ ਰੈਫਰੈਂਸ ਲਈ ਠੀਕ ਹੈ ਕਿ ਭਾਈ ਸਾਡੇ ਗੁਰਦੁਆਰਿਆਂ ਦੀ ਜ਼ਮੀਨ ਦੇ ਉੱਤੇ ਬਣਿਆ ਸੀ, ਉਦੋਂ ਅੰਗਰੇਜ਼ਾਂ ਨੇ ਫੋਰਸੀਬਲੀ ਜ਼ਮੀਨ ਲਈ ਸੀ ਔਰ ਦੈਨ ਉਹਦਾ ਇਵਜ਼ ਜਿਹੜਾ ਉਹ ਜ਼ਬਰਦਸਤੀ ਥੋਪਿਆ ਸੀ। ਲੇਕਿਨ ਇਹਦੇ ਨਾਲੋਂ ਵੀ ਮੋਰ ਇੰਪੋਰਟੈਂਟ ਜਦੋਂ ਅਸੀਂ ਹਿਸਟੋਰੀਕਲ ਕਲੇਮ ਦੇਖਦੇ ਹਾਂ, ਵੈਸੇ ਵੀ ਜਿਹੜੀਆਂ ਈਵਨ 47 ਤੱਕ ਸਿੱਖ ਰਿਆਸਤਾਂ ਰਹੀਆਂ, ਉਹਨਾਂ ਦੇ ਵਿੱਚ ਇੱਕ ਰਿਆਸਤ ਜੀਂਦ ਸੀ, ਜਿਹਨੂੰ ਬਾਅਦ ਦੇ ਵਿੱਚ ਜਿਹੜੀਆਂ 8-9 ਆਜ਼ਾਦ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆਂ, ਮਲੇਰਕੋਟਲਾ। ਸੋ ਜੀਂਦ ਜਾ ਕੇ ਜਮਨਾ ਦੇ ਨਾਲ ਤੱਕ ਗੁੜਗਾਵਾਂ ਔਰ ਸਾਰੇ ਉਹਦਾ ਹਿੱਸਾ ਹੀ ਬਣ ਜਾਂਦਾ ਹੈ। ਸੋ ਇਹ ਸਾਡਾ ਨੈਚੁਰਲ ਪਾਰਟ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਸਾਡੀ ਕੈਪੀਟਲ ਔਰ ਬਿਲਕੁਲ ਠੀਕ ਹੈ
17 ਵਾਰ ਸਿੱਖਾਂ ਨੇ 1783 ਦੇ ਵਿੱਚ, ਅੱਜ ਵੀ ਦਿੱਲੀ ਦੇ ਵਿੱਚ ਇੱਕ ਥਾਂ ਹੈ 30,000 ਕੋਟਸ, ਔਰ ਇਹ ਉੱਥੇ ਹੈ ਜਿੱਥੇ 30,000 ਖਾਲਸੇ ਦੀ ਫੌਜ ਨੇ ਮੁਕਾਮ ਕੀਤਾ ਸੀ ਔਰ ਲਾਲ ਕਿਲੇ ਦੇ ਉੱਤੇ ਖਾਲਸਾਈ ਝੰਡਾ ਲਹਿਰਾਇਆ ਸੀ। ਸੋ ਸਾਡਾ ਬਾਰਡਰ ਹੀ ਦਰਿਆਏ ਜਮਨਾ ਤੋਂ ਵਾਘਾ ਤੱਕ ਹੈ। ਸੋ ਦਿੱਲੀ ਜਿਹੜੀ ਹੈ ਇਹ ਸਾਡੇ ਜਿਹੜਾ ਕੱਲੀ ਕੈਪੀਟਲ ਹੀ ਨਹੀਂ, ਸਾਡਾ ਹਿਸਟੋਰੀਕਲ ਕਲੇਮ ਵੀ ਹੈ। ਔਰ ਜਦੋਂ ਜ਼ੁਲਮ ਦੀ ਗੱਲ ਹੁੰਦੀ ਹੈ, ਜੋ ਕੁਝ ਸਾਡੇ ਨਾਲ 73 ਸਾਲ ਚ ਹੁਣ ਹੋਇਆ ਇਸ ਦਿੱਲੀ ਤਖਤ ਤੋਂ ਹੀ ਹੋਇਆ। ਅਸੀਂ ਤਾਂ ਸਰਹੰਦ ਨੂੰ ਚੈਲੰਜ ਕੀਤਾ ਭਾਈ, ਉਹਨਾਂ ਨੇ ਜ਼ੁਲਮ ਕੀਤਾ, ਸੋ ਅਸੀਂ ਇਹਨਾਂ ਨੂੰ ਮੁਆਫ ਨਹੀਂ ਕਰਾਂਗੇ ਕਦੇ। अच्छा, बिल्कुल ठीक हो गया। डॉक्टर साहब, आखिरी सवाल मैं तुहाडे कोल एक पूछना चाहना कि जो मोदी दा जिहड़ी सोच सी, मोदी जिहड़ी एक्सट्रीमिज्म दी सोच लैके ਉਹ सत्ता च आया और ਉਹਨੇ ਪ੍ਰਧਾਨ ਮੰਤਰੀ ਉਹ ਬਣਿਆ, ਉਸ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਹ ਮੌਕਾ ਹੈਗਾ, ਜਿਵੇਂ ਇਮਰਾਨ ਖਾਨ ਵੀ ਕਹਿੰਦਾ ਹੈ ਕਿ ਨਰਿੰਦਰ ਮੋਦੀ ਇਹ ਟਾਈਮ ਹੈ ਕਿ ਹੁਣ ਕਸ਼ਮੀਰ ਦਾ ਮਸਲਾ ਹੱਲ ਹੋ ਸੀ, ਔਰ ਜਿਸ ਤਰੀਕੇ ਦੀ ਉਹਦੀ ਸੋਚ ਹੈ, ਜਿਸ ਤਰੀਕੇ ਦੀ ਉਹ ਮਿਨੋਰਟੀਜ਼ ਦੇ ਨਾਲ ਜ਼ੁਲਮ ਕਰਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਦਾ ਜਿਹੜਾ ਆਣਾ ਹੈ ਇਹ ਟਰਨਿੰਗ ਪੁਆਇੰਟ ਹੈ ਔਰ ਇਹ ਆਪ ਐਕਸਪੋਜ਼ਡ ਹੋਏਗਾ ਪੂਰੀ ਦੁਨੀਆ ਦੇ ਅੱਗੇ, ਤੇ ਇਸ ਤੋਂ ਬਾਅਦ ਖਾਲਿਸਤਾਨ ਦਾ ਮਸਲਾ ਹੱਲ ਹੋਏਗਾ ਔਰ ਇਸੇ ਰਸਤੇ ਤੋਂ ਕਸ਼ਮੀਰ ਦਾ ਮਸਲਾ ਵੀ ਹੱਲ ਹੋਏਗਾ? ਤੁਹਾਨੂੰ ਇਹ ਲੱਗਦਾ ਹੈ? ਆਖਰੀ ਸਵਾਲ ਮੈਨੂੰ ਇਹਦਾ ਜਵਾਬ ਦੇ ਦਿਓ। ਦੇਖੋ, ਪਿਛਲੇ ਹਫਤੇ ਇੱਕ ਪਾਕਿਸਤਾਨੀ ਦੋਸਤ ਮੈਨੂੰ ਮਿਲੇ ਤੇ ਉਹ ਕਹਿਣ ਲੱਗੇ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ? ਮੈਂ ਕਿਹਾ ਜੀ ਅਸੀਂ ਠੇਕੇ ਤੇ ਦੇ ਦਿੱਤਾ ਹੈ, ਹੁਣ ਮੋਦੀ ਬਣਾਏਗਾ ਇਸ ਨੂੰ। ਸੋ ਜ਼ਾਹਰਾ ਤੌਰ ਦੇ ਉੱਤੇ ਜਿਹੜੀਆਂ ਨੀਤੀਆਂ ਨੇ, ਇੱਕ ਗੱਲ ਦਾ ਧਿਆਨ ਰਹੇ ਕਿ ਮੋਦੀ ਇੱਕ ਥਰੋ ਆਊਟ ਹੈ, ਇੱਕ ਉਹਨਾਂ ਦਾ ਬਲੂ ਆਈਡ ਬॉय ਹੈ ਆਰਐਸਐਸ ਵਾਲਿਆਂ ਦਾ, ਨਾਗਪੁਰ ਦਾ। ਲਾਈਨ ਇਹ ਮੁੱਕਣੀ ਨਹੀਂ ਹੈ। ਮੋਦੀ ਦੇ ਪਿੱਛੇ ਅਮਿਤ ਸ਼ਾਹ ਖੜਾ ਹੈ, ਫਿਰ ਇਹ ਜਿਹੜਾ ਉਹ ਗੁੰਡਾ ਕੰਨ ਪਾਟਾ ਜੋਗੀ, ਕੰਨ ਚ ਮੁੰਦਰਾਂ ਪਾਈਆਂ ਹੋਈਆਂ ਆਦਿਤਿਆ ਨਾਥ ਯੋਗੀ, ਉਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਲਈ ਤਿਆਰ ਕਰ ਰਹੇ ਨੇ। ਪਰ ਜਿਸ ਹੱਦ ਤੱਕ ਮੋਦੀ ਚਲਾ ਗਿਆ ਹੈ, ਸੁਸਾਇਟੀ ਪੋਲਰਾਈਜ਼ ਕਰ ਦਿੱਤਾ ਹੈ। ਸੋ ਮੈਂ ਸਮਝਦਾ ਹਾਂ ਵੀ ਪੋਲਰਾਈਜ਼ੇਸ਼ਨ ਚੋਂ, ਐਨਾਰਕੀ ਚੋਂ ਹੀ ਅਲਟੀਮੇਟਲੀ ਨੇਸ਼ਨ ਜਨਮ ਲੈਂਦੇ ਨੇ, ਔਰ ਉਹ ਕਸ਼ਮੀਰ ਦੀ ਆਜ਼ਾਦੀ ਹੋਏ, ਖਾਲਿਸਤਾਨ ਦੀ ਹੋਏ, ਨਾਰਥ ਈਸਟ ਦੀਆਂ ਸਟੇਟਾਂ ਹੋਣ ਔਰ ਦਲਿਤ ਲਿਬਰੇਸ਼ਨ ਹੋਏ, ਕਿਉਂਕਿ ਮੋਦੀ ਦਾ ਮਤਲਬ ਆਰਐਸਐਸ ਦੀ ਆਈਡੀਓਲੋਜੀ ਹੈ। ਆਰਐਸਐਸ ਦੀ ਆਈਡੀਓਲੋਜੀ ਦਾ ਮਤਲਬ ਮਨੂ ਸਮ੍ਰਿਤੀ ਹੈ, ਮਨੂਵਾਦ ਹੈ, ਕਾਸਟ ਸਿਸਟਮ ਨੂੰ ਇੰਪਲੀਮੈਂਟ ਕਰਨਾ ਹੈ। ਸੋ ਸਾਰੀ ਸੁਸਾਇਟੀ ਉਥਲ ਪੁਥਲ ਹੈ ਔਰ ਇਹਨਾਂ ਦਾ ਹਾਲ ਉਹੀ ਹੋਏਗਾ ਜੋ ਸੋਵੀਅਤ ਯੂਨੀਅਨ ਦਾ ਹੋਇਆ, 15 ਟੁਕੜੇ ਹੋਏ, ਜੋ ਯੂਗੋਸਲਾਵੀਆ ਦਾ ਹੋਇਆ। ਇੰਡੀਆ ਜਿਹੜਾ ਉਸ ਲਾਈਨ 'ਚ ਲੱਗਾ ਹੋਇਆ ਹੈ, ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲੀ ਲਾਈਨ 'ਚ। ठीक हो गया डॉक्टर साहब, बहुत शुक्रिया ਤੁਹਾਡਾ वक्त देने ਨੂੰ। और जिवें ਤੁਸੀਂ ਕਿਹਾ ਨਾ योगी ਦਿੱਤੇ ਨਾ, ਤੇ ਇਹਦਾ ਮਤਲਬ ਹੈ ਕਿ ਅਗਰ ਮੋਦੀ ਨੇ ਕੋਈ ਕਸਰ ਛੱਡ ਦਿੱਤੀ ਭਾਰਤ ਨੂੰ ਤੋੜਨ ਦੀ, ਤੇ ਬਾਕੀ ਉਹ ਪੂਰੀ ਆਦਿਤਿਆ ਯੋਗੀ ਨਾਥ ਆ ਕੇ ਕਰ ਲਏਗਾ, यूपी ਵਾਲਾ ਜਦੋਂ ਉਹ ਉੱਤੇ ਆਏਗਾ ਤੇ ਬਾਕੀ ਉਹ ਕਸਰ ਉਹ ਪੂਰੀ ਕਰ ਲਏਗਾ। ਲੇਕਿन ਤੁਹਾਡਾ ਬਹੁਤ ਸ਼ੁਕਰੀਆ। दोबारा भी इंशाल्लाह ਤੁਹਾਡੇ ਨਾਲ ਇੱਕ ਐਸੀ ਨਿਸ਼ਚਿਤ ਰੱਖਾਂਗੇ, ਕਿਉਂਕਿ ਤੁਹਾਡੀ ਜ਼ੁਬਾਨ ਦੇ ਵਿੱਚ, ਤੁਹਾਡੇ ਨਾਲ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰਕੇ ਬੜਾ ਸਵਾਦ ਆਇਆ, ਔਰ ਮੇਰਾ ਖਿਆਲ ਹੈ ਕਿ ਸਾਡੇ ਵੇਖਣ ਵਾਲਿਆਂ ਨੂੰ ਵੀ ਬੜਾ ਮਜ਼ਾ ਆਇਆ ਹੋਵੇਗਾ। ਤੇ ਬਹੁਤ ਇਜਾਜ਼ਤ ਦਿਓ ਸਰ, ਤੇ ਫਿਰ इंशाल्लाह दोबारा मिलते रहेंगे। नाज़रीन, बहुत शुक्रिया, इजाजत